Good morning, students. Today in this video we will discuss about the tenses and they are further divided into the three categories, that is present, past and future. So let's get started. First we should know that what is a tense. Forms a verb, takes to show the time it happened. Means ਟੈਂਸ ਜਿਹੜੇ ਹੁੰਦੇ ਆ, ਟੈਂਸ ਇੱਕ ਵਰਬ ਦੀ ਤਰ੍ਹਾਂ ਹੀ ਹੁੰਦੇ ਆ ਜਿਹਦੇ ਵਿੱਚ ਸਾਨੂੰ ਪਤਾ ਲੱਗਦਾ ਹੈ ਕਿ ਐਕਸ਼ਨ ਕਿਸ ਸਮੇਂ ਦੇ ਉੱਪਰ ਹੋਇਆ, ਯਾਨੀ ਕਿਰਿਆ ਜਿਹੜੀ ਆ ਬੀਤੇ ਸਮੇਂ 'ਚ ਹੋਈ, ਹੁਣ ਦੇ ਸਮੇਂ 'ਚ ਹੋਈ ਜਾਂ ਆਉਣ ਵਾਲੇ ਸਮੇਂ 'ਚ ਹੋਏਗੀ। ਠੀਕ ਹੈ, ਕਿਰਿਆ ਮਤਲਬ ਐਕਸ਼ਨ, ਐਕਸ਼ਨ ਦਾ ਟਾਈਮ ਦੱਸਣ ਵਾਲੇ ਜਿਹੜੇ ਹੁੰਦੇ ਆ ਉਹ ਇਹ ਤਿੰਨ ਹੁੰਦੇ ਆ, ਦੈਟ ਇਜ਼ ਦਾ ਟੈਂਸਿਸ, ਯਾਨੀ ਪਾਸਟ, ਪ੍ਰੈਜ਼ੈਂਟ ਅਤੇ ਫਿਊਚਰ। ਟਾਈਮਲਾਈਨ ਜਿਹੜੀ ਤੁਹਾਨੂੰ ਸਾਹਮਣੇ ਨਜ਼ਰ ਆ ਰਹੀ ਆ ਉਹਦੇ ਵਿੱਚ ਜਿਹੜਾ ਸਰਕਲ 'ਚ ਪੀ ਆ ਉਹ ਹੈਗਾ ਆ ਪ੍ਰੈਜ਼ੈਂਟ, left side ਤੇ ਹੈਗਾ ਆ past and on the right side there is a future. This is the timeline and it is showing that showing all the three tenses and tells us about the action कि ਕਿਰਿਆ action ਕਿਸ ਸਮੇਂ ਹੋਇਆ। ਠੀਕ ਹੈ, next are the tense and its categories. Tense are basically divided into the three categories, that is the past, present and future. And these three tenses are further divided into the four types. It means that ਪਾਸਟ ਜਿਹੜਾ ਆ, ਪਾਸਟ ਦੀਆਂ ਵੀ ਅੱਗੇ ਚਾਰ ਕੈਟੇਗਰੀਜ਼ ਆ, ਪ੍ਰੈਜ਼ੈਂਟ ਦੀਆਂ ਵੀ ਚਾਰ ਕੈਟੇਗਰੀਜ਼ ਆ ਐਂਡ ਫਿਊਚਰ ਦੀਆਂ ਵੀ ਚਾਰ ਕੈਟੇਗਰੀਜ਼ ਆ। ਇਹ ਤਿੰਨ ਵਾ, ਨੀਚੇ ਵਾਲੇ ਚਾਰ ਆ। 3 into 4 means 12। ਟੈਂਸਿਸ ਜਿਹੜੇ ਹੁੰਦੇ ਆ, ਟੈਂਸਿਸ ਜਿਹੜੇ ਕੰਪਲੀਟਲੀ ਅਗਰ ਆਪਾਂ ਐਜ਼ ਅ ਹੋਲ ਦੇਖੀਏ ਤਾਂ ਇਹਨਾਂ ਦੀ ਗਿਣਤੀ ਜਿਹੜੀ ਹੁੰਦੀ ਆ 12 ਹੁੰਦੀ ਆ। ਠੀਕ ਹੈ, ਯਾਨੀ ਪਾਸਟ ਦੇ ਵੀ ਚਾਰ, ਪ੍ਰੈਜ਼ੈਂਟ ਦੇ ਵੀ ਚਾਰ ਐਂਡ ਫਿਊਚਰ ਦੇ ਵੀ ਚਾਰ। ਠੀਕ ਹੈ, ਦੈਟ ਇਜ਼ ਸਿੰਪਲ, ਕੰਟੀਨਿਊਸ, ਪਰਫੈਕਟ ਐਂਡ ਪਰਫੈਕਟ ਕੰਟੀਨਿਊਸ। all right, next we will discuss about the forms of verb. Forms of verb are that are used in the tenses. There are basically 5 types. First is the base. Base form is also known as first form of verb. Past means verb's second form. Past participle means verb's third form. all right, ses form means verb ਦੇ ਨਾਲ ਕਿਸੇ ਵੀ verb ਨਾਲ ses ਲਗਾ ਦੇਣਾ and the last is ing form. ਕਿਸੇ verb ਨਾਲ ing ਲਗਾ ਦੋਗੇ ਤੇ ਉਹ ਇੱਕ ਅਲੱਗ verb ਬਣ ਜਾਏਗੀ, that is called gerund. Base form is play, second is played, third form is played and ses ਜਦੋਂ play ਨਾਲ ਲੱਗ ਗਿਆ plays ਬਣ ਗਿਆ and ing ਲੱਗ ਗਿਆ play ਦਾ playing. Similarly, the another example is of go. First form is go, second form is went, third form here is gone and the ses form is goes. go ਨਾਲ ਆਪਾਂ s ਨਹੀਂ ਲਗਾ ਸਕਦੇ, es ਲੱਗੇਗਾ and go ਤੋਂ going. The first tense is the simple present tense, an action that occurs on a regular basis. ਮੀਨਸ ਰੋਜ਼ ਜਿਹੜਾ ਐਕਸ਼ਨ ਹੁੰਦਾ ਹੈ ਉਹਨੂੰ ਰਿਪਰੈਜ਼ੈਂਟ ਕਰਦਾ ਆ। ਫੈਕਟਸ ਦੈਟ ਸਟੈਂਡ ਟਰੂ ਆਲ ਟਾਈਮ, ਉਹ ਵਾਲੀਆਂ ਗੱਲਾਂ ਜਿਹੜੀਆਂ ਹਰ ਸਮੇਂ ਸੱਚ ਹੀ ਸਾਬਿਤ ਹੁੰਦੀਆਂ ਆ। ਇਟਸ ਸਟਰਕਚਰ ਇਜ਼ ਸਬਜੈਕਟ ਪਲੱਸ ਵਰਬ ਫਸਟ ਫਾਰਮ ਪਲੱਸ ਆਬਜੈਕਟ। ਲੈਟਸ ਸੀ ਸਮ ਐਗਜ਼ਾਮਪਲਸ। ਆਈ ਪਲੇ ਫੁੱਟਬਾਲ ਰੈਗੂਲਰਲੀ, ਰੋਜ਼ ਦਾ ਐਕਸ਼ਨ ਆ ਕਿ ਮੈਂ ਫੁੱਟਬਾਲ ਜਿਹੜਾ ਆ ਖੇਡਦਾ ਹਾਂ। ਠੀਕ ਹੈ, ਹੁਣ ਇਹਦੇ ਵਿੱਚ ਕੀ ਆ, ਆਈ ਇਜ਼ ਅ ਸਬਜੈਕਟ, ਫਸਟ ਫਾਰਮ ਇਜ਼ ਅ ਪਲੇ, ਆਬਜੈਕਟ ਇਜ਼ ਫੁੱਟਬਾਲ। ਸਬਜੈਕਟ ਦਾ ਕੰਮ ਕਰਨ ਵਾਲਾ, ਪਲੇ ਦਾ ਮਤਲਬ ਕਿਰਿਆ, ਵਰਬ ਜਾਂ ਐਕਸ਼ਨ ਜਾਂ ਟੈਂਸ, ਫੁੱਟਬਾਲ ਇਜ਼ ਆਬਜੈਕਟ ਜਿਹਦੇ ਉੱਪਰ ਕੰਮ ਕੀਤਾ ਜਾਵੇ। ਠੀਕ ਹੈ, ਅਨਦਰ ਐਗਜ਼ਾਮਪਲ ਇਜ਼ ਸਨ ਰਾਈਜ਼ਸ ਇਨ ਦਾ ਈਸਟ, ਸਨ ਈਸਟ 'ਚੋਂ ਨਿਕਲੇਗਾ, ਇਸ ਚੀਜ਼ ਨੂੰ ਚੈਲੰਜ ਨਹੀਂ ਕੀਤਾ ਜਾ ਸਕਦਾ, ਮਤਲਬ ਇਹ ਟਰੂਥ ਹੈ। ਠੀਕ ਹੈ, ਉਸ ਤਰੀਕੇ ਨਾਲ ਇਹ ਜਿਹੜਾ ਸੈਂਟੈਂਸ ਹੋ ਗਿਆ, ਇਟ ਕਮਸ ਅੰਡਰ ਦਾ ਸਿੰਪਲ ਪ੍ਰੈਜ਼ੈਂਟ ਟੈਂਸ। ਹੁਣ ਇਸ ਟਾਈਮ ਲਾਈਨ ਦੇ ਉੱਪਰ ਕੁਝ ਕ੍ਰੋਸ ਸ਼ੋ ਹੋਣੇ ਆ। ਠੀਕ ਹੈ, ਇਹਨਾਂ ਕ੍ਰੋਸ ਦਾ ਮਤਲਬ ਇਹੀ ਆ ਕਿ ਸਿੰਪਲ ਪ੍ਰੈਜ਼ੈਂਟ ਟੈਂਸ ਪਾਸਟ ਵਿੱਚ, ਪ੍ਰੈਜ਼ੈਂਟ ਅਤੇ ਫਿਊਚਰ ਤਿੰਨਾਂ ਟਾਈਮਸ ਨੂੰ ਜਿਹੜਾ ਵਾ ਸ਼ੋ ਕਰ ਸਕਦਾ, ਕਿਉਂਕਿ ਇਹ ਟਰੁੱਥ ਨੂੰ ਦੱਸਦਾ ਹੈ ਅਤੇ ਉਹ ਕੰਮ ਨੂੰ ਦੱਸਦਾ ਜਿਹੜਾ ਰੈਗੂਲਰਲੀ ਹੁੰਦਾ ਆ। ਹੁਣ ਥਰਡ ਪਰਸਨ ਸਿੰਗੂਲਰ ਫਾਰਮ ਜਿਹੜਾ ਸਿਰਫ ਉਹਦੇ ਨਾਲ ses ਫਾਰਮ ਲੱਗਦੀ ਆ, ਹੋਰ ਕਿਸੇ ਨਾਲ ਨਹੀਂ ਲੱਗਦੀ। ਐਗਜ਼ਾਮਪਲ ਜਿਵੇਂ ਆਪਾਂ ਲੈ ਲਈਏ, ਰਾਮ ਇੱਕ ਜਣਾ ਵਾ ਅਤੇ ਤੀਸਰਾ ਪਰਸਨ ਆ, ਰਾਮ ਪਲੇਜ਼ ਫੁੱਟਬਾਲ ਰੈਗੂਲਰਲੀ, ਪਲੇ ਨਾਲ ਐਸ ਲੱਗ ਗਿਆ। ਨੈਕਸਟ ਇਜ਼ ਸਿੰਪਲ ਪਾਸਟ ਟੈਂਸ, ਯਾਨੀ ਭੂਤਕਾਲ ਦੀ ਆਪਾਂ ਗੱਲ ਕਰਾਂਗੇ। ਐਨ ਐਕਸ਼ਨ ਦੈਟ ਇਜ਼ ਕੰਪਲੀਟਡ ਬਿਫੋਰ ਨਾਓ।
ਹੁਣ ਦੀ ਅਗਰ ਗੱਲ ਕਰੀਏ ਤਾਂ ਐਕਸ਼ਨ ਜਿਹੜਾ ਵਾ ਪਹਿਲੇ ਸਮੇਂ ਵਿੱਚ ਕੰਪਲੀਟ ਹੋ ਚੁੱਕਾ ਪਾਸਟ ਵਿੱਚ, ਠੀਕ ਹੈ। ਇਹਦਾ ਸਟਰਕਚਰ ਇਹੀ ਹੁੰਦਾ ਆ ਕਿ ਸਿੰਪਲ ਪ੍ਰੈਜ਼ੈਂਟ 'ਚ ਫਸਟ ਫਾਰਮ ਲੱਗਦੀ ਹੈ ਅਤੇ ਚੌਥੀ ਜਗ੍ਹਾ ਸੈਕਿੰਡ ਲੱਗ ਜਾਣੀ ਆ। ਐਗਜ਼ਾਮਪਲ, ਆਈ ਪਲੇਡ ਫੁੱਟਬਾਲ ਯੈਸਟਰਡੇ, ਪਲੇ ਤੋਂ ਬਣ ਗਿਆ ਪਲੇਡ, ਦੈਟ ਇਜ਼ ਦਾ ਸੈਕਿੰਡ ਫਾਰਮ, ਠੀਕ ਹੈ। ਟਾਈਮ ਲਾਈਨ ਦੇ ਵਿੱਚ ਅਗਰ ਆਪਾਂ ਦੇਖੀਏ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਜਿੱਥੇ ਕ੍ਰੋਸ ਇੰਡੀਕੇਟ ਕਰਾਂਗੇ ਆਪਾਂ, ਉੱਥੇ ਹੀ ਇਹ ਚੀਜ਼ ਹੋਏਗੀ, ਯਾਨੀ ਪਾਸਟ ਦੀ ਗੱਲ ਹੋ ਗਈ ਹੈ ਕਿ ਇਹ ਐਕਸ਼ਨ ਪਾਸਟ ਵਿੱਚ ਹੋ ਰਿਹਾ ਆ, ਠੀਕ ਹੈ। ਨੈਕਸਟ ਇਜ਼ ਸਿੰਪਲ ਫਿਊਚਰ ਟੈਂਸ, ਐਨ ਐਕਸ਼ਨ ਵਿਚ ਵਿਲ ਹੈਪਨ ਇਨ ਫਿਊਚਰ। ਫਿਊਚਰ ਦਾ ਮਤਲਬ ਆਉਣ ਵਾਲੇ ਸਮੇਂ 'ਚ ਜਿਹੜਾ ਐਕਸ਼ਨ ਹੋਣਾ ਆ। ਇਹਦਾ ਸਟਰਕਚਰ ਬੱਚੇ ਇਹੀ ਹੁੰਦਾ ਆ, ਇਹਦੇ ਵਿੱਚ ਵੀ ਵਰਬ ਦੀ ਫਸਟ ਫਾਰਮ ਲੱਗਦੀ ਆ, ਬਟ ਇਹ ਮੇਨ ਵਰਬ ਤੋਂ ਪਹਿਲਾਂ ਇੱਕ ਹੈਲਪਿੰਗ ਵਰਬ ਲੱਗ ਜਾਂਦੀ ਆ, ਦੈਟ ਇਜ਼ ਆਕਸੀਲਰੀ, ਜਿਹਨੂੰ ਆਪਾਂ ਕਹਿੰਦੇ ਆ ਵਿਲ ਲੱਗ ਜਾਣਾ ਸਿਰਫ। ਵਿਲ ਸ਼ੈਲ ਲੱਗ ਜਾਂਦਾ, ਅਗਰ ਵਿਲ ਵੀ ਲਗਾਓਗੇ ਤਾਂ ਵੀ ਠੀਕ ਹੈ। ਐਗਜ਼ਾਮਪਲ, ਆਈ ਵਿਲ ਪਲੇ ਫੁੱਟਬਾਲ ਟਮੋਰੋ, ਠੀਕ ਹੈ। ਵਰਬ ਦੀ ਫਸਟ ਫਾਰਮ ਤੋਂ ਪਹਿਲਾਂ ਵਿਲ ਲੱਗ ਗਿਆ, ਬਾਕੀ ਸੈਂਟੈਂਸ ਉਹੀ ਰਹਿ ਗਿਆ। ਹੁਣ ਕ੍ਰੋਸ ਜਿੱਥੇ ਸ਼ੋ ਹੋ ਰਿਹਾ, ਮਤਲਬ ਇੱਥੇ ਐਕਸ਼ਨ ਹੋਇਆ, ਯਾਨੀ ਫਿਊਚਰ ਦੇ ਸਮੇਂ ਦੀ ਗੱਲ ਹੋ ਰਹੀ ਆ। ਆਈ ਵਿਲ ਪਲੇ ਫੁੱਟਬਾਲ ਟਮੋਰੋ, ਕਿ ਮੈਂ ਕੱਲ੍ਹ ਫੁੱਟਬਾਲ ਖੇਡਾਂਗਾ। ਨੈਕਸਟ ਇਜ਼ ਪ੍ਰੈਜ਼ੈਂਟ ਕੰਟੀਨਿਊਸ ਟੈਂਸ, ਐਨ ਐਕਸ਼ਨ ਵਿਚ ਇਜ਼ ਕਰੰਟਲੀ ਗੋਇੰਗ ਔਨ। ਜਿਹੜਾ ਐਕਸ਼ਨ ਹਾਲ ਹੀ ਦੇ ਵਿੱਚ ਚੱਲ ਰਿਹਾ ਹੁੰਦਾ ਆ, ਠੀਕ ਹੈ, ਹੁਣ ਦੇ ਸਮੇਂ ਵਿੱਚ, ਰਾਈਟ ਨਾਓ ਜਿਹੜਾ ਚੱਲ ਰਿਹਾ ਹੋਵੇ। ਸਟਰਕਚਰ ਬੱਚੇ ਦਾ ਇਹ ਹੁੰਦਾ ਆ, ਇਹਦੇ ਵਿੱਚ ਸਬਜੈਕਟ ਤੋਂ ਬਾਅਦ ਲੱਗਦੀ ਆ ਬੀ ਫਾਰਮ, ਫਿਰ ING ਵਾਲੀ ਅਤੇ ਫਿਰ ਓਬਜੈਕਟ। ਬੀ ਦਾ ਮਤਲਬ ਇੱਥੇ ਹੈਗਾ ਇਜ਼ ਐਮ ਆਰ, ਇਜ਼ ਐਮ ਆਰ ਲੱਗ ਕੇ ਨਾਲ ਲੱਗ ਜਾਣਾ ING ਵਾਲੀ ਵਰਬ ਨੇ। ਇਜ਼ ਐਮ ਆਰ ਇਜ਼ ਅ ਹੈਲਪਿੰਗ ਵਰਬ, ING ਇਜ਼ ਅ ਮੇਨ ਵਰਬ। ਐਗਜ਼ਾਮਪਲ ਹੈਗਾ, ਆਈ ਐਮ ਪਲੇਇੰਗ ਫੁੱਟਬਾਲ ਰਾਈਟ ਨਾਓ, ਮੈਂ ਇਸ ਵਕਤ ਫੁੱਟਬਾਲ ਖੇਡ ਰਿਹਾ ਹਾਂ, ਠੀਕ ਹੈ। ਬੀ ਵਾਲੀ ਫੁੱਲ ਫਾਰਮ ਲੱਗ ਗਈ, ਐਮ, ਆਈ ਨਾਲ ਐਮ ਲੱਗਦਾ ਆ, ਅਤੇ ਮੇਨ ਵਰਬ ਲੱਗ ਗਈ ਪਲੇ ਅਤੇ ING, ਪਲੇਇੰਗ, ਐਮ ਪਲੇਇੰਗ। ਐਂਡ ਟਾਈਮ ਲਾਈਨ ਦੇ ਵਿੱਚ ਬੱਚੇ ਜਿੱਥੇ ਕ੍ਰੋਸ ਆ ਨਾ ਸੈਂਟਰ ਦੇ ਵਿੱਚ ਆ, ਮਤਲਬ ਇਹ ਪ੍ਰੈਜ਼ੈਂਟ ਨੂੰ ਸ਼ੋ ਕਰਦਾ ਨਾ ਸਰਕਲ, ਯਾਨੀ ਐਕਸ਼ਨ ਇੱਥੇ ਹੋ ਰਿਹਾ ਆ, ਠੀਕ ਹੈ। ਨੈਕਸਟ ਇਜ਼ ਦਾ ਪਾਸਟ ਕੰਟੀਨਿਊਸ ਟੈਂਸ, ਬੀਤੇ ਸਮੇਂ ਦੇ ਵਿੱਚ ਜਿਹੜੀ ਐਕਸ਼ਨ ਚੱਲ ਰਿਹਾ ਹੋਵੇ। ਐਨ ਐਕਸ਼ਨ ਵਿਚ ਬਿਗਿਨ ਇਨ ਦਾ ਪਾਸਟ ਐਂਡ ਵਾਜ਼ ਸਟਿਲ ਗੋਇੰਗ ਔਨ ਅੰਟਿਲ ਸਮ ਅਦਰ ਐਕਸ਼ਨ ਅਕਰਡ। ਮਤਲਬ ਕਿ ਕੋਈ ਐਕਸ਼ਨ ਹੋਣ ਤੋਂ ਜਿਹੜਾ ਹਜੇ ਹੋਣਾ ਵਾ ਐਕਸ਼ਨ, ਮਤਲਬ ਸਟਾਰਟ, ਠੀਕ ਹੈ, ਜਿਹੜਾ ਪਿਛਲੇ ਸਮੇਂ 'ਚ ਸਟਾਰਟ ਹੋਇਆ ਵਾ ਅਤੇ ਹਜੇ ਤੱਕ ਚੱਲ ਰਿਹਾ ਆ, ਠੀਕ ਹੈ। ਸਟਰਕਚਰ ਇਹਦਾ ਇਹ ਹੁੰਦਾ ਵਾ ਕਿ ਉਹ ਵਾਲੀ ਬੀ ਜਿਹੜਾ ਫਾਰਮ ਹੁੰਦੀ ਨਾ, ਉਹ ਵਾਜ਼ ਵਰ ਬਣ ਜਾਂਦੀਆਂ ਅਤੇ ING ਲੱਗ ਜਾਂਦਾ ਆ। ਐਗਜ਼ਾਮਪਲ, ਆਈ ਵਾਜ਼ ਪਲੇਇੰਗ ਫੁੱਟਬਾਲ ਵੈਨ ਯੂ ਅਰਾਈਵਡ, ਮਤਲਬ ਆਉਣ ਦਾ ਜਿਹੜਾ ਉਹਦੇ ਸਮਾਂ ਸੀਗਾ, ਇਸ ਤੋਂ ਪਹਿਲਾਂ ਦਾ ਐਕਸ਼ਨ ਇੱਕ ਸਟਾਰਟ ਹੋਇਆ ਆ, ਠੀਕ ਹੈ। ਯਾਨੀ ਦੋ ਐਕਸ਼ਨਸ ਦੀ ਗੱਲ ਕਰ ਰਹੇ ਹਾਂ, ਅਤੇ ਬੀਤੇ ਸਮੇਂ 'ਚ ਜਿਹੜੀ ਚੀਜ਼ ਸਟਾਰਟ ਹੋਈ ਅਤੇ ਹਜੇ ਚੱਲ ਰਹੀ ਆ, ਉਹ ਹੈਗੀ ਆ। ਹੁਣ ਦੇਖੋ ਪਾਸਟ 'ਚ ਕ੍ਰੋਸ ਲੱਗਾ ਹੋਇਆ ਪਲੇਇੰਗ, ਇੱਥੇ ਕ੍ਰੋਸ ਲੱਗਾ ਵਾ, ਅਤੇ ਅਰਾਈਵਡ ਆਉਣ ਦਾ ਸਮਾਂ ਜਿਹੜਾ ਵਾ, ਇਹਨਾਂ ਦੋਵਾਂ ਦੇ ਵਿੱਚ ਵਾਲਾ ਸਮਾਂ ਜਿਹੜਾ ਇਹ ਕੰਟੀਨਿਊਸ ਦੇ ਵਿੱਚ ਦੱਸਦੇ ਪਏ ਆ, ਠੀਕ ਹੈ। ਨੈਕਸਟ ਇਜ਼ ਫਿਊਚਰ ਕੰਟੀਨਿਊਸ, ਆਉਣ ਵਾਲੇ ਸਮੇਂ 'ਚ ਜਿਹੜੀ ਚੀਜ਼ ਜਾਰੀ ਹੋਏਗੀ, ਮਤਲਬ ਚੱਲ ਰਹੀ ਹੋਵੇਗੀ, ਠੀਕ ਹੈ। ਐਨ ਐਕਸ਼ਨ ਵਿਚ ਵਿਲ ਬਿਗਿਨ ਇਨ ਦਾ ਫਿਊਚਰ ਐਂਡ ਵਿਲ ਸਟਿਲ ਗੋ ਔਨ ਅੰਟਿਲ ਸਮ ਅਦਰ ਐਕਸ਼ਨ ਅਕਰਡ। ਇੱਕ ਫਿਊਚਰ 'ਚ ਮਤਲਬ ਇੱਕ ਐਕਸ਼ਨ ਸਟਾਰਟ ਹੋਇਆ, ਉਦੋਂ ਤੱਕ ਚੱਲਦਾ ਰਿਹਾ ਜਿੰਨਾ ਚਿਰ ਤੱਕ ਦੂਸਰਾ ਐਕਸ਼ਨ ਜਿਹੜਾ ਸਟਾਰਟ ਨਹੀਂ ਹੋ ਗਿਆ। ਸਟਰਕਚਰ ਇਹਦੇ 'ਚ ਉਹੀ ਹੋਣਾ ਆ, ਵਿਲ ਵੀ ਲੱਗ ਜਾਣਾ ਅਤੇ ING ਵਾਲੀ ਫਾਰਮ ਲੱਗ ਜਾਣੀ ਆ, ਠੀਕ ਹੈ। ਆਈ ਵਿਲ ਬੀ ਪਲੇਇੰਗ ਫੁੱਟਬਾਲ ਵੈਨ ਯੂ ਅਰਾਈਵ, ਮੈਂ ਖੇਡ ਰਿਹਾ ਹੋਵਾਂਗਾ ਜਦੋਂ ਤੁਸੀਂ ਆਓਗੇ। ਆਉਣ ਦੇ ਸਮੇਂ ਤੱਕ ਜਿਹੜਾ ਵਾ ਉਹ ਪਲੇ ਕਰ ਰਿਹਾ ਹੋਏਗਾ, ਮਤਲਬ ਦੋ ਐਕਸ਼ਨਸ ਹੋ ਗਏ ਨਾ ਇਹਦੇ ਵਿੱਚ, ਠੀਕ ਹੈ। ਹੁਣ ਫਿਊਚਰ ਦੇ ਵਿੱਚ ਕੀ ਹੋਣਾ ਆ, ਇੱਕ ਸਮੇਂ ਐਕਸ਼ਨ ਸਟਾਰਟ ਹੋਇਆ ਅਤੇ ਅੱਗੇ ਜਾ ਕੇ ਉਹਦੇ ਆਉਣ ਦਾ ਸਮਾਂ, ਅਰਾਈਵ ਦਾ ਸਮਾਂ ਜਿਹੜਾ, ਉਦੋਂ ਤੱਕ ਦੀ ਡਿਊਰੇਸ਼ਨ ਦੇ ਵਿੱਚ ਇਹ ਜਿਹੜਾ ਟਾਈਮ ਸੀਗਾ, ਇਹ ਹੈਗਾ ਸੀਗਾ ਫਿਊਚਰ ਕੰਟੀਨਿਊਸ ਟੈਂਸ ਦਾ। ਜਿੱਦਾਂ ਮੈਂ ਕਹਾਂ ਕਿ ਜਦੋਂ ਤੁਸੀਂ ਆਓਗੇ ਅਤੇ ਮੈਂ ਆਹ ਕੰਮ ਕਰ ਰਿਹਾ ਹੋਵਾਂਗਾ, ਦੈਟ ਇਜ਼ ਕਾਲਡ ਦਾ ਫਿਊਚਰ ਕੰਟੀਨਿਊਸ ਟੈਂਸ। ਨੈਕਸਟ ਇਜ਼ present perfect tense, action that begin in the past and true in the present. present perfect tense ਜਿਹੜਾ ਹੁੰਦਾ ਆ, ਤੁਹਾਨੂੰ ਵੀ ਪਤਾ, ਜਿਹ 'ਚ ਮੈਂ ਕਹਾਂ ਕਿ ਮੈਂ ਆਹ ਕਰ ਚੁੱਕਾ ਹਾਂ, ਠੀਕ ਹੈ, ਜਿਹੜੀ ਚੀਜ਼ ਆਪਾਂ ਕਰ ਚੁੱਕੇ ਹੋਈਏ। ਐਕਸ਼ਨ ਦੈਟ ਹੈਪਨ ਇਨ ਦਾ ਪਾਸਟ ਬਟ ਟਾਈਮ ਇਜ਼ ਨੋਟ ਸਪੈਸੀਫਾਈਡ, ਬੀਤੇ ਸਮੇਂ ਦੀ ਗੱਲ ਹੋਵੇ, ਮਤਲਬ ਮੈਂ ਕਰ ਚੁੱਕਾ ਵਾਂ, ਠੀਕ ਹੈ, ਪਰ ਟਾਈਮ ਸਪੈਸੀਫਾਈ ਨਹੀਂ ਕੀਤਾ। ਸਿੰਪਲ ਜੀ ਗੱਲ ਆ, ਜਿੰਨੇ ਪਰਫੈਕਟ ਸਾਰਿਆਂ 'ਚ ਥਰਡ ਫਾਰਮ ਲੱਗਦੀ ਆ, ਪ੍ਰੈਜ਼ੈਂਟ 'ਚ ਲੱਗ ਜਾਂਦੇ ਆ ਹੈਵ ਅਤੇ ਹੈਜ਼। ਆਈ ਹੈਵ ਬੀਨ ਪਲੇਇੰਗ ਫੁੱਟਬਾਲ ਅਲੋਟ ਦਿਸ ਵੀਕ, ਕਿ ਵੀ ਮੈਂ ਆਹ ਵਾਲੇ ਵੀਕ ਵਿੱਚ ਬਹੁਤ ਫੁੱਟਬਾਲ ਖੇਡਿਆ, ਠੀਕ ਹੈ। ਪ੍ਰੈਜ਼ੈਂਟ ਪਾਸਟ ਤੋਂ ਸਟਾਰਟ ਹੋਇਆ ਵਾ ਅਤੇ ਪ੍ਰੈਜ਼ੈਂਟ ਤੱਕ ਇਹ ਚੀਜ਼ ਚੱਲੀ ਆ, ਅਤੇ ਇਸ ਕਰਕੇ ਇਹ ਪ੍ਰੈਜ਼ੈਂਟ ਪਰਫੈਕਟ ਟੈਂਸ, ਠੀਕ ਹੈ। ਮਤਲਬ ਮੈਂ ਜਿੱਦਾਂ ਕਹਾਂ, ਹੁਣ ਤੁਸੀਂ ਪੇਪਰ ਜਦੋਂ ਦੇ ਰਹੇ ਹੁੰਦੇ ਹੋ, ਤੁਸੀਂ ਕਹਿੰਦੇ ਹੋ ਕਿ ਆਈ ਹੈਵ ਡਨ ਇਜ਼ ਅ
ਪ੍ਰੈਜ਼ੈਂਟ ਪਰਫੈਕਟ ਟੈਂਸ, ਠੀਕ ਹੈ। ਆਈ ਹੈਵ ਫਿਨਿਸ਼ਡ ਮਾਈ ਹੋਮਵਰਕ, ਸੇਮ ਚੀਜ਼ ਕਿ ਮੈਂ ਆਪਣਾ ਹੋਮਵਰਕ ਜਿਹੜਾ ਵਾ ਉਹ ਕਰ ਚੁੱਕਾ ਹਾਂ। ਮਤਲਬ ਤੁਸੀਂ ਪਾਸਟ 'ਚ ਕੋਈ ਐਕਸ਼ਨ ਸਟਾਰਟ ਕੀਤਾ, ਫਿਊਚਰ 'ਚ ਜਦੋਂ ਤੁਸੀਂ ਬੋਲਿਆ ਉਦੋਂ ਉਹ ਚੀਜ਼ ਖਤਮ ਹੋ ਗਈ, ਠੀਕ ਹੈ। ਇਸ ਤਰੀਕੇ ਦੇ ਨਾਲ ਟੈਸਟ ਵੀ ਜਦੋਂ ਤੁਸੀਂ ਕਰ ਲੈਂਦੇ ਹੋ, ਜਿਸ ਸਮੇਂ ਬੋਲ ਰਹੇ ਹੁੰਦੇ ਹੋ, ਉਹ ਚੀਜ਼ ਪ੍ਰੈਜ਼ੈਂਟ ਹੁੰਦੀ ਹੈ, ਬਟ ਕੰਮ ਤੁਸੀਂ ਪਾਸਟ ਵਿੱਚ ਸਟਾਰਟ ਕੀਤਾ ਹੁੰਦਾ, ਠੀਕ ਹੈ। ਇਨ ਦੈਟ ਸੈਂਸ ਯੂ ਕੈਨ ਅੰਡਰਸਟੈਂਡ ਦੈਟ ਫੈਕਟ, ਓਕੇ। ਦ ਨੈਕਸਟ ਇਜ਼ ਪਾਸਟ ਪਰਫੈਕਟ ਟੈਂਸ। ਪਾਸਟ ਪਰਫੈਕਟ ਟੈਂਸ ਮੀਨਸ ਬੀਤੇ ਸਮੇਂ 'ਚ ਜੋ ਚੀਜ਼ ਤੁਸੀਂ ਕਰ ਚੁੱਕੇ ਹੋ, ਠੀਕ ਹੈ, ਹੁਣ ਨਹੀਂ ਬੋਲ ਸਕਦੇ ਉਹਦੇ ਬਾਰੇ। ਐਕਸ਼ਨ ਦੈਟ ਕੰਪਲੀਟਡ ਬਿਫੋਰ ਐਨੀ ਅਦਰ ਐਕਸ਼ਨ ਇਨ ਦ ਪਾਸਟ। ਸਟਰਕਚਰ ਇਹਦਾ ਇਹੀ ਆ, ਸਬਜੈਕਟ ਲੱਗਦਾ ਆ, ਨਾਲ ਪ੍ਰੈਜ਼ੈਂਟ 'ਚ ਲੱਗਦਾ ਸੀ। ਇਹ 'ਚ ਸਿੰਪਲੀ ਕੀ ਹੋਣਾ ਆ, ਹੈਡ ਲੱਗ ਜਾਣਾ, ਨਾਲ ਥਰਡ ਫਾਰਮ ਲੱਗ ਜਾਣੀ ਆ। ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਹਰ ਇੱਕ ਪਰਫੈਕਟ ਟੈਂਸ ਵਿੱਚ ਥਰਡ ਫਾਰਮ ਲੱਗਦੀ ਹੈ। ਐਗਜ਼ਾਮਪਲ, ਆਈ ਹੈਡ ਪਲੇਡ ਫੁੱਟਬਾਲ ਬਿਫੋਰ ਯੂ ਕੇਮ, ਕਿ ਮੈਂ ਫੁੱਟਬਾਲ ਖੇਡ ਚੁੱਕਾ ਸੀ ਤੁਹਾਡੇ ਆਉਣ ਤੋਂ ਪਹਿਲਾਂ, ਠੀਕ ਹੈ। ਪਾਸਟ ਦੀ ਗੱਲ ਹੋਈ ਆ, ਪਾਸਟ ਵਿੱਚ ਹੀ ਐਕਸ਼ਨ ਸਟਾਰਟ ਹੋਇਆ ਆ ਅਤੇ ਇੱਕ ਦੂਸਰਾ ਐਕਸ਼ਨ ਹੋਰ ਸਟਾਰਟ ਹੋ ਗਿਆ। ਇੱਕ ਤਾਂ ਖੇਡਿਆ ਗਿਆ ਅਤੇ ਇੱਕ ਕਿਸੇ ਦਾ ਆਉਣਾ ਹੋਇਆ। ਯੂ ਕੇਮ ਮਤਲਬ ਕੋਈ ਆਇਆ, ਠੀਕ ਹੈ, ਅਤੇ ਉਸੇ ਤਰੀਕੇ ਨਾਲ ਕ੍ਰੋਸ ਲੱਗ ਗਏ ਪਾਸਟ ਵਿੱਚ। ਫਿਊਚਰ ਪਰਫੈਕਟ ਟੈਂਸ ਮਤਲਬ ਬੀਤੇ ਸਮੇਂ 'ਚ ਕੋਈ ਚੀਜ਼, ਅਗਰ ਮੈਂ ਕਹਾਂ ਕਿ ਮੈਂ ਇੰਨੇ ਸਮੇਂ 'ਚ ਆਹ ਕੰਮ ਕਰ ਚੁੱਕੀ ਹੋਵਾਂਗੀ, ਗੀ ਦਾ ਮਤਲਬ ਫਿਊਚਰ 'ਚ, ਠੀਕ ਹੈ। ਐਕਸ਼ਨ ਦੈਟ ਵਿਲ ਹੈਪਨ ਬਿਫੋਰ ਅਨਦਰ ਇਵੈਂਟ ਇਨ ਦਾ ਫਿਊਚਰ। ਜਿੱਦਾਂ ਮੈਂ ਕਹਾਂ ਕਿ ਮੈਂ ਤੁਹਾਡੇ ਆਉਣ ਤੋਂ ਪਹਿਲਾਂ ਆਪਣਾ ਰਿਟਨ ਵਰਕ ਸਾਰਾ ਕੰਪਲੀਟ ਕਰ ਚੁੱਕੀ ਹੋਵਾਂਗੀ, ਠੀਕ ਹੈ। ਇਨ ਦੈਟ ਸੈਂਸ ਯੂ ਕੈਨ ਅੰਡਰਸਟੈਂਡ ਦੈਟ। ਸਟਰਕਚਰ ਦੇ ਵਿੱਚ ਕੀ ਹੁੰਦਾ ਆ, ਪ੍ਰੈਜ਼ੈਂਟ ਵਿੱਚ ਹੈਜ਼ ਹੈ, ਪਾਸਟ ਵਿੱਚ ਇਕੱਲਾ ਹੈਡ ਅਤੇ ਇਹਦੇ 'ਚ ਵਿਲ ਹੈਵ ਲੱਗ ਜਾਣਾ ਅਤੇ ਥਰਡ ਫਾਰਮ। ਐਗਜ਼ਾਮਪਲ, ਆਈ ਵਿਲ ਹੈਵ ਪਲੇਡ ਫੁੱਟਬਾਲ ਬਾਏ ਦ ਟਾਈਮ ਯੂ ਅਰਾਈਵ। ਮੈਂ ਜਿਹੜਾ ਵਾ ਫੁੱਟਬਾਲ ਖੇਡ ਚੁੱਕਾ ਹੋਵਾਂਗਾ ਤੁਹਾਡੇ ਆਉਣ ਤੋਂ ਪਹਿਲਾਂ, ਠੀਕ ਹੈ। ਐਂਡ ਟਾਈਮ ਲਾਈਨ ਦੇ ਵਿੱਚ ਜਿਹੜਾ ਇਹ ਐਕਸ਼ਨ ਆ ਫਿਊਚਰ 'ਚ ਹੀ ਸਟਾਰਟ ਹੋਇਆ ਅਤੇ ਅਰਾਈਵ ਦਾ ਸਮਾਂ ਵੀ ਜਿਹੜਾ ਵਾ ਫਿਊਚਰ 'ਚ ਹੀ ਰਿਹਾ। ਮਤਲਬ ਉਹਨਾਂ ਸਮਿਆਂ ਦੀ ਡਿਊਰੇਸ਼ਨ ਜਿਹੜੀ ਆ ਪਲੇਡ ਅਤੇ ਅਰਾਈਵ ਦੇ ਵਿੱਚ ਵਾਲਾ ਸਮਾਂ, ਦੈਟ ਇਜ਼ ਫਿਊਚਰ ਪਰਫੈਕਟ ਟੈਂਸ। ਕਲੀਅਰ। ਨੈਕਸਟ ਇਜ਼ ਦਾ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਟੈਂਸ। ਬੱਚੇ ਪਰਫੈਕਟ ਅਤੇ ਕੰਟੀਨਿਊਸ ਦੇ ਬਲੈਂਡ ਯਾਨੀ ਉਹਨਾਂ ਦੇ ਮਿਕਸਚਰ ਤੋਂ ਬਣਿਆ ਆ ਇਹ ਵਾਲਾ ਟੈਂਸ। ਇਹਦੇ ਵਿੱਚ ਮੋਰ ਇੰਪੋਰਟੈਂਸ ਇਜ਼ ਗਿਵਨ ਟੂ ਦਾ ਡਿਊਰੇਸ਼ਨ ਆਫ ਦਾ ਇਵੈਂਟ। ਮਤਲਬ ਕਿ ਇੱਕ ਐਕਸ਼ਨ ਇੱਕ ਟਾਈਮ ਤੋਂ ਸਟਾਰਟ ਹੋਇਆ ਅਤੇ ਕਦੋਂ ਤੱਕ ਖਤਮ ਹੋਇਆ, ਕਹਿੰਦੇ ਇਸ ਚੀਜ਼ ਨੂੰ ਧਿਆਨ ਦਿੱਤਾ ਜਾਂਦਾ ਇਹਦੇ ਵਿੱਚ। ਐਕਸ਼ਨ ਦੈਟ ਸਟਾਰਟਡ ਇਨ ਦਾ ਪਾਸਟ ਐਂਡ ਆਰ ਸਟਿਲ ਗੋਇੰਗ ਇਨ ਦਾ ਪ੍ਰੈਜ਼ੈਂਟ। ਬੀਤੇ ਸਮੇਂ 'ਚ ਸਟਾਰਟ ਹੋਇਆ ਅਤੇ ਹਜੇ ਤੱਕ ਚੱਲ ਰਿਹਾ। ਸਟਰਕਚਰ ਦੇ ਵਿੱਚ ਹੈਵ ਬੀਨ ਲੱਗ ਜਾਣਾ, ਪਰਫੈਕਟ ਦਾ ਹੈਵ ਚੁੱਕਿਆ ਇਹਨਾਂ ਨੇ, ਕੰਟੀਨਿਊਸ ਦੀ ਵਰਬ ਦੀ ਫਸਟ ਫਾਰਮ ਆਈ ਐਨ ਜੀ ਚੁੱਕੀ ਨੇ, ਵਿਚਕਾਰ ਲਾਤਾ ਬੀਨ ਅਤੇ ਪਰਫੈਕਟ ਕੰਟੀਨਿਊਸ ਟੈਂਸ ਬਣ ਗਿਆ। ਐਗਜ਼ਾਮਪਲ, ਆਈ ਹੈਵ ਬੀਨ ਪਲੇਇੰਗ ਫੁੱਟਬਾਲ ਸਿੰਸ 5 years। ਮਤਲਬ ਮੈਂ 5 ਸਾਲਾਂ ਤੋਂ ਖੇਡ ਰਿਹਾ ਹਾਂ। ਪਾਸਟ ਵਿੱਚ ਉਹਨੇ ਪਲੇਇੰਗ ਸਟਾਰਟ ਕੀਤੀ ਅਤੇ ਪ੍ਰੈਜ਼ੈਂਟ ਤੱਕ ਚੱਲ ਰਹੀ ਆ, ਟਾਈਮ ਲਾਈਨ 'ਚ ਦੇਖ ਰਹੇ ਹੋ, ਠੀਕ ਹੈ। ਸਿੰਸ ਦਾ ਮਤਲਬ ਤੋਂ, ਇੰਨੇ ਸਮੇਂ ਤੋਂ ਐਕਸ਼ਨ ਸਟਾਰਟ ਹੋਇਆ ਅਤੇ ਸਟਿਲ ਹਜੇ ਚੱਲ ਰਿਹਾ ਆ। ਹੁਣ ਪਲੇਇੰਗ ਦੀ ਅਤੇ ਆਹ ਜਿਹੜਾ ਗੋਲ ਜਿਹਾ ਬਣਿਆ ਇਹ ਪ੍ਰੈਜ਼ੈਂਟ, ਇਹ ਡਿਊਰੇਸ਼ਨ ਆ, ਯਾਨੀ ਸਮਾਂ। ਡਿਊਰੇਸ਼ਨ ਦਾ ਮਤਲਬ ਹੁੰਦਾ ਕਿੰਨਾ ਸਮਾਂ, ਠੀਕ ਹੈ। ਨੈਕਸਟ ਇਜ਼ ਦਾ ਪਾਸਟ ਪਰਫੈਕਟ ਕੰਟੀਨਿਊਸ ਟੈਂਸ। ਇਹਦੇ ਵਿੱਚ ਵੀ ਪਰਫੈਕਟ ਕੰਟੀਨਿਊਸ ਦੀਆਂ ਜਿਹੜੀਆਂ ਆ, ਪਰਫੈਕਟ ਦਾ ਇਹਨਾਂ ਨੇ ਚੁੱਕ ਲੈਣਾ ਹੈਡ ਅਤੇ ਕੰਟੀਨਿਊਸ ਦਾ ਵਰਬ ਦੀ ਫਸਟ ਫਾਰਮ 'ਤੇ ਆਈ ਐਨ ਜੀ ਅਤੇ ਵਿਚਕਾਰ ਬੀਨ ਲਗਾ ਦੇਣਾ ਅਤੇ ਇੱਕ ਰੂਲ ਬਣ ਜਾਣਾ, ਠੀਕ ਹੈ। ਇਹਦੇ ਵਿੱਚ ਵੀ ਡਿਊਰੇਸ਼ਨ ਇਹਨਾਂ ਨੇ ਕਿਹਾ ਮੋਰ ਇੰਪੋਰਟੈਂਸ ਔਨ ਟਾਈਮ ਦਾ ਈਵੈਂਟ ਸਟਾਰਟਿਡ। ਮਤਲਬ ਜਿਸ ਸਮੇਂ ਕੋਈ ਈਵੈਂਟ ਸਟਾਰਟ ਹੋਇਆ ਉਹ 'ਤੇ ਇੰਪੋਰਟੈਂਸ ਦਿੱਤੀ ਜਾਂਦੀ ਆ। ਐਨ ਐਕਸ਼ਨ ਵਿੱਚ ਬਿਗਿਨ ਇਨ ਦਾ ਪਾਸਟ ਐਟ ਅ ਸਰਟਨ ਟਾਈਮ ਐਂਡ ਸਟਿਲ ਗੋਇੰਗ ਔਨ ਅੰਟਿਲ ਸਮ ਅਦਰ ਐਕਸ਼ਨ ਅਕਰਡ। ਹੋਰ ਕੋਈ ਐਕਸ਼ਨ ਸਟਾਰਟ ਹੋਣ ਤੋਂ ਪਹਿਲਾਂ ਜੋ ਐਕਸ਼ਨ ਚੱਲ ਰਿਹਾ ਸੀ ਉਸ ਸਮੇਂ ਦੀ ਡਿਊਰੇਸ਼ਨ ਦੇ ਬਾਰੇ ਗੱਲ ਹੋ ਰਹੀ ਆ। ਹੈਡ ਵੀ ਲੱਗ ਜਾਣਾ, ਆਈ ਐਨ ਜੀ ਲੱਗ ਜਾਣੀ। ਆਈ ਹੈਡ ਬੀਨ ਪਲੇਇੰਗ ਫੁੱਟਬਾਲ ਫੋਰ 1 hour ਬਿਫੋਰ ਯੂ ਅਰਾਈਵਡ। ਮੈਂ 1 ਘੰਟੇ ਲਈ ਫੁੱਟਬਾਲ ਖੇਡ ਚੁੱਕਾ ਸੀਗਾ ਤੁਹਾਡੇ ਆਉਣ ਤੋਂ ਪਹਿਲਾਂ, ਠੀਕ ਹੈ। ਜਿਹੜਾ ਟਾਈਮ ਲਾਈਨ 'ਚ ਡਿਊਰੇਸ਼ਨ ਦੱਸੀ ਆ ਉਹ ਪਲੇਇੰਗ ਅਤੇ ਅਰਾਈਵ ਦੀ ਦੱਸੀ ਆ ਅਤੇ ਪਾਸਟ ਦੀ ਗੱਲ ਹੋਈ ਆ। ਫਿਊਚਰ ਦੇ ਵਿੱਚ ਇਹ ਟਾਈਮ ਲਾਈਨ ਜਿਹੜੀ ਫਿਊਚਰ 'ਚ ਆ ਜਾਏਗੀ। ਇਹਦੇ ਵਿੱਚ ਕੀ ਕੀਤਾ ਆ ਉਹਨਾਂ ਨੇ, ਪਰਫੈਕਟ ਦਾ ਵਿਲ ਹੈਵ ਚੁੱਕਣਾ, ਠੀਕ ਹੈ। ਕੰਟੀਨਿਊਸ ਦੀ ਵਰਬ ਦੀ ਫਸਟ ਫਾਰਮ ਆਈ ਐਨ ਜੀ ਅਤੇ ਵਿਚਕਾਰ ਬੀਨ ਲਗਾ ਦੇਣਾ ਉਹਨਾਂ ਨੇ। ਮੋਰ ਇੰਪੋਰਟੈਂਸ ਟੂ ਦਾ ਡਿਊਰੇਸ਼ਨ ਆਫ ਦਾ ਈਵੈਂਟ। ਮਤਲਬ ਈਵੈਂਟ ਕਿੰਨੇ ਸਮੇਂ ਤੱਕ ਹੋਇਆ ਉਸ ਡਿਊਰੇਸ਼ਨ ਦੇ ਉੱਪਰ ਉਹ ਧਿਆਨ ਦਿੰਦੇ ਆ। ਐਨ ਐਕਸ਼ਨ ਵਿਚ ਵਿਲ ਬਿਗਿਨ ਐਂਡ ਸਟਿਲ ਗੋਇੰਗ ਅੰਟਿਲ ਅ ਪੁਆਇੰਟ ਇਨ ਫਿਊਚਰ। ਇੱਕ ਐਕਸ਼ਨ ਸਟਾਰਟ ਹੋਇਆ
तो फ्यूचर तक वो चलना आ, ठीक है। विल हैव बीन लग गया, ING लग गया। वैन आई टर्न 30 आई विल हैव बीन प्लेइंग फुटबॉल फॉर 20 ईयर्स। कहते कि मैं जो 30 का होवांगा तो मैं जोड़ा वा 20 साल तक दे लई कहते कि फुटबॉल जोड़ा वा वो खेड चुका होवांगा, ठीक है, कि मतलब इन्ना समा मैनू लग जाएगा। ऑल परफेक्ट कंटीन्यूअस टेंसिस ਜਿਹੜੇ ਹੁੰਦੇ ਆ ਨਾ, ਇਹਨਾਂ ਸਾਰਿਆਂ ਦੇ ਵਿੱਚ ਬੱਚੇ ਡਿਊਰੇਸ਼ਨ ਆਫ ਈਵੈਂਟ 'ਤੇ ਧਿਆਨ ਦਿੱਤਾ ਜਾਂਦਾ ਆ। ਇਟ ਇਨਕਲੂਡਸ ਦਾ ਯੂਜ਼ ਆਫ ਸਿੰਸ ਐਂਡ ਫॉर ਇਨ ਦਾ ਐਂਡ ਆਫ ਦਾ ਸੈਂਟੈਂਸ। ਸੈਂਟੈਂਸ ਦੇ ਵਿੱਚ ਆਬਜੈਕਟ ਤੋਂ ਬਾਅਦ ਸਿੰਸ ਜਾਂ ਫॉर ਲੱਗਣਾ ਹੀ ਲੱਗਣਾ। ਸਿੰਸ ਦਾ ਮਤਲਬ ਤੋਂ, ਫॉर ਦਾ ਮਤਲਬ ਲਈ। ਸਿੰਸ ਦਾ ਮਤਲਬ ਕਿ ਮੈਂ ਇੰਨੇ ਸਮੇਂ ਤੋਂ, ਫॉर ਮਤਲਬ ਲਈ। ਥੈਂਕ ਯੂ।